We have received many questions on our website and the Facebook. So, a very common question is coming that people are stressed at home due to this lockdown and fear of coronavirus, fear of death, fear of uncertainty. They are in stress. So, how they can be calm and balanced? ਇਹਦਾ ਮਤਲਬ ਇਹ ਹੋਇਆ ਕਿ ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਲੋਕੀ ਕਰੋਨਾ ਵਾਇਰਸ ਤੋਂ ਡਰਦੇ ਹੋਏ ਲੌਕਡਾਊਨ 'ਚ ਘਰ ਬੈਠੇ ਨੇ ਔਰ ਉਹਨਾਂ ਨੂੰ ਸਟ੍ਰੈਸ ਹੈ, ਟੈਨਸ਼ਨ ਹੈ ਕਿ ਪਤਾ ਨਹੀਂ ਕੀ ਹੋਏਗਾ, ਅਨਸਰਟੇਨਟੀ ਦਾ ਵੀ ਡਰ ਹੈ ਔਰ ਕਰੋਨਾ ਕਰਕੇ ਸਾਨੂੰ ਕੁਝ ਨਾ ਹੋ ਜਾਏ ਤਾਂ ਫੀਅਰ, ਡੈਥ ਦਾ ਫੀਅਰ ਵੀ ਹੈ। ਅਸੀਂ ਆਪਣੇ ਬਚਪਨ ਤੋਂ ਝਾਤ ਮਾਰ ਕੇ ਦੇਖੀਏ, ਸਾਡੇ ਚਾਰੋਂ ਪਾਸੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਖੇਤੀਬਾੜੀ ਤੋਂ ਲੈ ਕੇ ਔਰ ਟਰਾਂਸਪੋਰਟ ਤੋਂ ਲੈ ਕੇ, ਹਵਾਈ ਜਹਾਜ਼ ਤੋਂ ਲੈ ਕੇ, 에ਅਰ ਕੰਡੀਸ਼ਨਰ ਤੋਂ ਲੈ ਕੇ, ਬਿਜਲੀ ਪੱਖਾ ਤੋਂ ਲੈ ਕੇ, ਈਵਨ ਬੂਸਟਰ ਪੰਪ ਦੇ ਨਾਲ ਪਾਣੀ ਖਿੱਚਣ ਦੇ ਤਰੀਕੇ ਤੋਂ ਲੈ ਕੇ many things are invented and created for the sake of mankind, ਸਾਡੇ ਸਾਰਿਆਂ ਦੇ ਸਹੂਲਤਾਂ ਵਾਸਤੇ। ਪਰ ਅਸੀਂ ਬਚਪਨ ਤੋਂ ਕੀ ਸਿੱਖਿਆ? ਅਸੀਂ ਬਚਪਨ ਤੋਂ ਸਿਰਫ ਇਤਨਾ ਹੀ ਸਿੱਖਿਆ ਕਿ ਬਈ ਮੈਂ ਪੜ ਜਾਵਾਂ, ਮੇਰਾ ਕੰਮ ਹੋ ਜਾਏ, ਮੈਂ ਪੈਰਾਂ ਤੇ ਖੜਾ ਹੋ ਜਾ, ਮੇਰਾ ਟੱਬਰ ਬਣ ਜਾਏ, ਬਸ। ਇੰਜ ਤੇ ਪਸ਼ੂ ਵੀ ਕਰਦੇ ਨੇ, ਪੇਟ ਭਰਤ ਪਸ਼ੂਆ ਜੋ ਸੋਇਓ। ਸੋ ਜੇਕਰ ਹੁਣ ਇਹ ਸਵਾਲ ਪੈਦਾ ਹੋਇਆ ਹੈ ਕਿ ਟੈਨਸ਼ਨ, ਸਟ੍ਰੈਸ ਹੋ ਗਿਆ, ਟੈਨਸ਼ਨ ਹੋ ਗਈ ਹੈ, ਤਾਂ ਸਾਨੂੰ ਪਹਿਲਾਂ ਇਹ ਸੋਚਣਾ ਹੈ ਕਿ ਵੀ ਮੈਂ ਸਟ੍ਰੈਸ ਲੈਣਾ ਵੀ ਹੈ ਕਿ ਨਹੀਂ। ਪਹਿਲੀ ਗੱਲ, ਨੈਗੇਟਿਵ ਸਟ੍ਰੈਸ ਨਹੀਂ ਲੈਣਾ। ਨੈਗੇਟਿਵ ਸਟ੍ਰੈਸ ਨਾਲ ਫੀਅਰ ਆਫ ਡੈਥ ਵੀ ਆਏਗਾ ਔਰ ਅੰਦਰ ਬੈਠੇ ਅਸੀਂ ਅਨਨੋਨ ਵਾਸਤੇ, ਅਨਸਰਟੇਨਟੀ ਵਾਸਤੇ ਪ੍ਰੀਪੇਅਰ ਵੀ ਨਹੀਂ ਹੋ ਪਾਵਾਂਗੇ ਔਰ ਫਿਊਚਰ ਦੀ ਚਿੰਤਾ ਲਗਾ ਕੇ ਘਰ ਬੈਠੇ ਫਿਕਰ ਵਿੱਚ ਵੀ ਰਵਾਂਗੇ। ਫਿਕਰ ਵੱਧਦਾ ਜਾਏਗਾ, ਡਰ ਵੱਧਦਾ ਜਾਏਗਾ। ਕਈਆਂ ਨੂੰ ਡਿਪਰੈਸਿਵ ਸੋਚ ਆਏਗੀ, ਪੈਸੀਮਿਸਟਿਕ ਸੋਚ ਆਏਗੀ, ਕਈਆਂ ਨੂੰ ਸੁਸਾਈਡਲ ਫੀਲਿੰਗ ਆਣੀ ਸ਼ੁਰੂ ਹੋ ਜਾਏਗੀ। ਕੁਝ ਵੀ ਕਿਸੇ ਦੇ ਮਨ ਤੇ ਵਾਪਰ ਸਕਦੀ ਹੈ, ਅਸੀਂ ਨਹੀਂ ਕਹਿ ਸਕਦੇ ਕਿਸ ਤੇ ਵਾਪਰੇਗੀ, ਲੇਕਿਨ ਇਸ ਤਰ੍ਹਾਂ ਫੀਲਿੰਗ ਲੋਕਾਂ ਨੂੰ ਆ ਰਹੀ ਹੈ, ਆਏਗੀ। ਪਰ ਜਦੋਂ ਅਸੀਂ ਬਚਪਨ ਤੋਂ ਸਿਰਫ ਆਪਣੇ ਵੈਸਟਡ ਇੰਟਰਸਟ ਤੱਕ ਜੀਣਾ ਸਿੱਖੇ ਆ ਨਾ, ਤਾਂ ਅੱਜ ਅਸੀਂ ਇਸ ਮੁਸੀਬਤ ਵਿੱਚ ਫਸਾਂਗੇ। ਸਾਨੂੰ ਸਟ੍ਰੈਸ ਵੀ ਹੋਏਗਾ ਔਰ ਅਨਨੋਨ ਦਾ ਫੀਅਰ ਵੀ ਹੋਏਗਾ, ਫੀਅਰ ਆਫ ਡੈਥ ਵੀ ਹੋਏਗਾ। ਸੋ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਅਸੀਂ ਇੱਕ ਪੁਸਤਕ ਸਾਂਝ ਕੀਤੀ ਸੀ, ਦਿਲ ਨੂੰ ਦਿਲਾਂ ਦੀ ਰਾਹ। ਇੰਗਲਿਸ਼ ਵਿੱਚ ਬਣੀ ਹੈ ਜਰਨੀ ਹਾਰਟ ਟੂ ਹਾਰਟਸ। ਉਹਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਦੋ ਕਿਸਮਾਂ ਦੇ ਸੀ ਚੋਂ ਅਸੀਂ ਕਿਹੜਾ ਸੀ ਬਣਨਾ ਹੈ। ਵਨ ਸੀ ਇਜ਼ ਕੰਜ਼ਿਊਮਰ, ਅਨਦਰ ਸੀ ਇਜ਼ ਕ੍ਰੀਏਟਿਵ। ਸੋ ਅਸੀਂ ਜੇ ਕੰਜ਼ਿਊਮਰ ਹਾਂ ਤਾਂ ਸਾਨੂੰ ਟੈਨਸ਼ਨ ਵੀ ਹੋਏਗੀ, ਸਟ੍ਰੈਸ ਵੀ ਹੋਏਗਾ, ਅਨਸਰਟੇਨਟੀ ਦਾ ਔਰ ਫੀਅਰ ਆਫ ਡੈਥ ਵੀ ਰਹੇਗਾ। ਸੋ ਸਾਨੂੰ ਹੁਣ ਅੱਜ ਇਹ ਸੋਚਣਾ ਹੈ ਕਿ ਮੈਂ ਕ੍ਰੀਏਟਿਵ ਕਿਵੇਂ ਬਣਾ। ਫਿਰ ਇਹ ਸਾਰੀ ਬਿਮਾਰੀ, ਸਾਰਾ ਡਰ ਸਾਡੇ ਘਰ ਦੇ ਬਾਹਰ ਖੜਾ ਰਹਿ ਜਾਏਗਾ, ਅੰਦਰ ਨਹੀਂ ਆਏਗਾ। ਪਹਿਲਾਂ ਮੈਂ ਇੱਕ ਐਗਜ਼ਾਮਪਲ ਸਾਂਝ ਕਰਨਾ ਚਾਹੁੰਦਾ। ਬਚਪਨ ਵਿੱਚ ਮੇਰਾ ਇੱਕ ਫਰੈਂਡ ਸੀ ਮੁੰਨਾ। ਉਹ ਮੈਨੂੰ ਬੁਲਾਉਣ ਆਉਂਦਾ ਸੀ ਤਾਂ ਵਿੰਡੋ ਤੋਂ ਬਾਹਰ ਆਵਾਜ਼ ਮਾਰਦਾ ਸੀ ਤੇ ਅਸੀਂ ਖੇਡਣ ਚਲੇ ਜਾਂਦੇ ਸੀ। ਜਦੋਂ ਮੈਂ ਉਹਨੂੰ ਆਵਾਜ਼ ਮਾਰਦਾ ਸੀ ਉਹਦੇ ਘਰ ਦੇ ਬਾਹਰ ਵਿੰਡੋ ਤੋਂ, ਤਾਂ ਉਹ ਬਾਹਰ ਆ ਜਾਂਦਾ ਸੀ, ਅਸੀਂ ਖੇਡਣ ਜਾਂਦੇ ਸੀ। ਇੱਕ ਦਿਨ ਮੈਂ ਉਹਨੂੰ ਆਵਾਜ਼ ਮਾਰੀ, ਮੁੰਨਾ ਆ ਜਾਓ खेलने चलते हैं। तो मुन्ना कहता है मेरे पापा घर पे हैं और वो मेरे को बोल रहे हैं कि पढ़ाई करो, मैं पढ़ाई में बिजी हूँ, आप चले जाओ, मैं नहीं खेल सकता। हुण मैं तो बाहर खड़ा सी लेकिन मुन्ना नहीं आया। मुन्ना बिजी है, मुन्ना कुछ पढ़ाई वास्ते बिजी है। ਉਹਨੂੰ ਮੇਰੇ आवाज़ मारना और बुलाना हूँ बॉदर नहीं कर सकता क्योंकि उन्हें अपना मन बना लिया कि मैंने घर बैठना है और बाहर नहीं जाना। ਇਹ ਐਗਜ਼ਾਮਪਲ ਨੂੰ ਮੈਂ ਇਸ ਤਰ੍ਹਾਂ ਸਮਝਣ ਦਾ ਯਤਨ ਕਰ ਰਿਹਾ ਕਿ ਇਸ ਵੇਲੇ ਡਾਕਟਰਸ, ਨਰਸਿਸ, ਪੁਲਿਸ, ਗੌਰਮੈਂਟ ਦੇ ਸਿਸਟਮਸ ਔਰ ਮੈਡੀਕਲ ਦੀ ਰਿਸਰਚ ਕਰਨ ਵਾਲੇ
ਕਰੋਨਾ ਵਾਸਤੇ ਜਿਹੜੇ ਵੈਕਸੀਨੇਸ਼ਨ ਲੱਭ ਰਹੇ ਨੇ। ਇਹ ਸਾਰਿਆਂ ਨੂੰ ਹੀ ਪਤਾ ਕਿ ਕਰੋਨਾ ਦੇ ਨਾਲ ਡੈਥ ਹੋ ਸਕਦੀ ਹੈ, ਕਰੋਨਾ ਦੇ ਨਾਲ ਕੁਝ ਵੀ ਹੋ ਸਕਦਾ ਹੈ। ਅਨਸਰਟੇਨਟੀ ਦਾ ਤੇ ਸਾਰਿਆਂ ਨੂੰ ਪ੍ਰੋਬਲਮ ਹੈ ਹੀ ਹੈ, ਲੇਕਿਨ ਉਹ ਸਾਰੇ ਕ੍ਰੀਏਟਿਵ ਕੰਮ ਕਰ ਰਹੇ ਨੇ। ਕ੍ਰੀਏਟਿਵ ਕੰਮ ਕਰਨ ਦੇ ਕਾਰਨ ਉਹਨਾਂ ਨੂੰ ਫੀਅਰ ਆਫ ਡੈਥ ਨਹੀਂ ਆ ਰਿਹਾ। ਭਾਵੇਂ ਉਹ ਪ੍ਰੀਕਾਸ਼ਨਸ ਸਾਰੀਆਂ ਲੈ ਰਹੇ ਨੇ, ਲੇਕਿਨ ਉਹਨਾਂ ਦਾ ਮਾਈਂਡ ਆਕੂਪਾਈਡ ਹੈ ਕੁਝ ਕ੍ਰੀਏਟਿਵ ਕਰਨ ਵਾਸਤੇ। ਉਹਨੂੰ ਕਹਿੰਦੇ ਨੇ ਹਾਊ ਟੂ ਲਿਵ ਫॉर ਅਦਰਸ। ਦੁਨੀਆ ਦੇ ਭਲੇ ਦੇ ਕੰਮਾਂ ਦੇ ਬਾਰੇ ਆਪਣੇ ਮਾਈਂਡ ਨੂੰ ਟਿਊਨਡ ਕਰਨਾ। ਹੁਣ ਜਿਹੜੇ ਅੱਜ ਕੱਲ੍ਹ ਨੌਜਵਾਨ ਹਨ, ਉਹ ਨੌਜਵਾਨ ਇਹ ਸੋਚ ਸਕਦੇ ਨੇ ਕਿ ਕੱਲ ਜਦੋਂ ਲੋਕਡਾਊਨ ਖੁੱਲੇਗਾ, ਕਰੋਨਾ ਵਾਪਸ ਖਤਮ ਕਦੋਂ ਹੋਏਗਾ ਰੱਬ ਜਾਣੇ, ਪਰ ਸਕੂਲਾਂ ਦੇ ਸਿਸਟਮ ਬਦਲ ਜਾਣਗੇ, ਜਿਸ ਤਰ੍ਹਾਂ ਅੱਜ ਕੱਲ੍ਹ ਆਨਲਾਈਨ ਸਿਸਟਮ ਹੋ ਗਿਆ। ਲੇਕਿਨ ਜੇ ਸਕੂਲਾਂ ਦੇ ਵਿਚਕਾਰ ਲੋਕੀ ਜਾਣਗੇ, ਬੱਸਾਂ ਵਿੱਚ ਕਿਸੇ ਨੂੰ ਨਾ ਹੋ ਜਾਏ, ਇੱਕ ਪ੍ਰੋਬਲਮ ਆ ਜਾਏਗੀ ਟਰਾਂਸਪੋਰਟ ਦੀ ਕਿ ਅਸੀਂ ਇਕੱਠੇ ਖੜੇ ਹੋਈਏ ਕਿ ਸੋਸ਼ਲ ਡਿਸਟੈਂਸਿੰਗ ਕਿਸ ਤਰ੍ਹਾਂ ਕਰੀਏ। ਸਕੂਲਾਂ 'ਚ ਬੱਚੇ ਇਕੱਠੇ ਬੈਠਣਗੇ ਜਾਂ ਨਹੀਂ ਬੈਠਣਗੇ, ਪਬਲਿਕ ਪਲੇਸਿਸ ਵਿੱਚ ਕਿਸ ਤਰ੍ਹਾਂ ਇਕੱਠੇ ਹੋਣਗੇ। ਇਸ ਤਰ੍ਹਾਂ ਮੈਨੀ ਐਂਗਲਸ ਲਾਈਫ ਦੇ ਨਾ ਸਮਾਜ ਦੇ, ਇਸ ਦੁਨੀਆ ਦੇ ਚੇਂਜ ਹੋ ਜਾਣਗੇ। ਸੋ ਜੋ ਇਨਸਾਨ ਆਪਣੇ ਘਰ ਬੈਠਾ ਹੈ, ਉਹ ਕੰਜ਼ਿਊਮਰ ਬਣਨ ਦੀ ਬਜਾਏ ਸਿਰਫ ਚੀਜ਼ਾਂ ਨੂੰ ਯੂਜ਼ ਕਰਕੇ, ਖਾ ਪੀ ਕੇ, ਟੀਵੀ ਦੇਖ ਕੇ, ਗੱਲਾਂ ਕਰਕੇ, ਫੋਨ ਯੂਜ਼ ਕਰਕੇ ਸੋ ਨਾ ਜਾਏ। ਉਹ ਆਪਣਾ ਦਿਨ ਰਾਤ ਆਪਣਾ ਕ੍ਰੀਏਟਿਵ, ਆਪਣਾ ਕਰਤਾ ਪੁਰਖ ਵਾਲਾ ਜਿਹੜਾ ਉਹਦੇ ਕੋਲ ਰੱਬ ਵੱਲੋਂ ਦਾਤ ਮਿਲੀ ਹੋਈ ਹੈ ਨਾ, ਉਸ ਨੂੰ ਯੂਜ਼ ਕਰੇ, ਆਪਣਾ ਮਾਈਂਡ ਯੂਜ਼ ਕਰੇ। ਦੁਨੀਆ ਦਾ, ਸਮਾਜ ਦਾ ਭਲਾ ਕਿਵੇਂ ਹੋ ਸਕਦਾ ਹੈ, ਫਿਊਚਰ ਵਿੱਚ ਕੀ ਕੀ ਹੋ ਸਕਦਾ ਹੈ, ਤੇ ਉਹਦਾ ਤੋੜ ਲੱਭੇ, ਉਹਦਾ ਸੋਲੂਸ਼ਨ ਲੱਭੇ, ਉਹਦਾ ਆਈਡੀਆਜ਼, ਉਹਦਾ ਉਟੋਪੀਆ ਖਿਆਲ ਕਰੇ। ਤਾਂ ਫਿਰ ਇੱਕ ਕਰੋਨਾ ਫੈਲ ਰਿਹਾ, ਫੈਲਦਾ ਹੈ, ਬਾਹਰ ਖੜਾ ਰਹੇਗਾ। ਤਾਂ ਫਿਰ ਕਰੋਨਾ ਕਰਕੇ ਡੈਥ ਔਰ ਅਨਸਰਟੇਨਟੀ ਦਾ, ਫੀਅਰ ਆਫ ਡੈਥ ਦਾ ਜਿਹੜਾ ਸਾਨੂੰ ਸਤਾ ਰਿਹਾ ਨਾ ਜੰਮ, ਇਹ ਸਾਡੇ ਘਰ ਦੇ ਬਾਹਰ ਖੜਾ ਰਹਿ ਜਾਏਗਾ, ਕਿਉਂਕਿ ਅਸੀਂ ਅੰਦਰ ਕ੍ਰੀਏਟਿਵ ਕੰਮ ਵਾਸਤੇ ਬਿਜ਼ੀ ਹਾਂ। ਮੈਂ ਇੱਕ ਇੰਟਰਵਿਊ ਸੁਣੀ ਸੀ NDTV ਤੇ। ਉਸ ਇੰਟਰਵਿਊ 'ਚ ਉਹਨਾਂ ਨੇ ਦਿਖਾਇਆ ਕਿ ਅਮਰੀਕਾ ਦੇ ਅੰਦਰ ਇੰਡੀਆ ਦੇ ਸਟੂਡੈਂਟਸ ਕਰੋਨਾ ਵਾਇਰਸ ਤੇ ਕਿਵੇਂ ਖੋਜ ਕਰ ਰਹੇ ਨੇ, ਔਰ ਮੈਂ ਉਹਨਾਂ ਦਾ ਫੇਸ ਰੀਡ ਕਰ ਰਿਹਾ ਸੀ। ਉਹਨਾਂ ਦੇ ਫੇਸ ਤੇ ਕੋਈ ਡਰ ਨਹੀਂ ਸੀ। ਉਹ ਬੜੇ ਧਿਆਨ ਦੇ ਨਾਲ, ਬੜੀ ਮਿਹਨਤ ਦੇ ਨਾਲ, ਹੋ ਸਕਦਾ ਹੈ ਰੋਜ਼ ਉਹ 8 ਘੰਟੇ ਕੰਮ ਕਰਦੇ ਹੋਣ, ਹੁਣ ਉਹ ਡੇ ਐਂਡ ਨਾਈਟ ਕੰਮ ਕਰ ਰਹੇ ਨੇ। ਉਹ ਇੱਕ ਬੰਦੇ ਨੇ ਵੈਂਟੀਲੇਟਰ ਬਣਾਇਆ ਜਿਹੜਾ ਮੈਕਸਿਮਮ ਯੂਜ਼ ਹੋ ਸਕਦਾ ਹੈ। ਸੋ ਇਹਦਾ ਮਤਲਬ ਜੋ ਲੋਕ ਕਰਤਾ ਪੁਰਖ ਵਾਲਾ, ਕ੍ਰੀਏਟਿਵ ਵਾਲਾ ਕੰਮ ਕਰਦੇ ਨੇ, ਕ੍ਰੀਏਟਿਵ ਸੋਚ ਰੱਖਦੇ ਨੇ, ਦੁਨੀਆ ਦੇ ਭਲੇ ਦੀ ਸੋਚ ਰੱਖਦੇ ਨੇ, ਬੀਟ ਐਨੀ ਫੀਲਡ, ਉਹ ਮਾਨੋ ਹਿਊਮੈਨਿਟੀ ਦੀ ਸੇਵਾ ਕਰਦੇ ਨੇ। ਔਰ ਬਾਣੀ ਕਹਿੰਦੀ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਸੋ ਅਸੀਂ ਜਦੋਂ ਕ੍ਰੀਏਟਿਵ ਕੰਮ ਸੋਚਣਾ ਸ਼ੁਰੂ ਕਰ ਦਿਆਂਗੇ ਤਾਂ ਸਾਨੂੰ ਅੰਦਰ ਬੈਠਣ ਦੇ ਕਾਰਨ ਸਟ੍ਰੈਸ ਨਹੀਂ ਆਏਗਾ। ਅਸੀਂ ਪੋਜ਼ਿਟਿਵ ਸਟ੍ਰੈਸ ਲੈ ਲਵਾਂਗੇ। ਜਿਵੇਂ ਸਾਡੀ ਮਾਂ ਕੁਕਿੰਗ ਕਰਦੀ ਹੈ ਔਰ ਉਹ ਸਟ੍ਰੈਸ ਨਹੀਂ ਲੈਂਦੀ ਹੈ, ਉਹ ਪੋਜ਼ਿਟਿਵ ਸੈਂਸ ਵਿੱਚ ਸਟ੍ਰੈਸ ਲੈਂਦੀ ਹੈ ਕਿ ਮੈਂ ਇਹ ਕੰਮ ਕਰਨਾ ਹੈ, ਉਹ ਪੈਸ਼ਨੇਟ ਹੋ ਜਾਂਦੀ ਹੈ। ਸੋ ਮਾਂ ਦਾ ਜਿਹੜਾ ਪੈਸ਼ਨ ਹੈ ਨਾ, ਉਹਨੇ ਸਟ੍ਰੈਸ ਤੇ ਲਿਆ ਹੈ ਕਿ ਵੀ ਮੇਰੇ ਬੱਚਿਆਂ ਨੇ ਖਾਣਾ ਹੈ, ਘਰ ਮਹਿਮਾਨ ਆ ਜਾਏਗਾ, ਮੇਰਾ ਪਤੀ ਆ ਜਾਏਗਾ, ਮੇਰੇ ਬਜ਼ੁਰਗ ਸੱਸ ਸਹੁਰਾ ਨੇ ਖਾਣਾ ਹੈ। ਇਹਨੂੰ ਸਟ੍ਰੈਸ ਲੈਣਾ ਕਹਿੰਦੇ ਨੇ। ਲੇਕਿਨ ਉਹਨੇ ਪੋਜ਼ਿਟਿਵ ਸਟ੍ਰੈਸ ਲਿਆ ਕਿ ਉਹ ਕਿਸੇ ਤੇ ਅਹਿਸਾਨ ਨਹੀਂ ਕਰ ਰਹੀ ਹੈ, ਕਿਸੇ ਨੂੰ ਦਿਖਾਵੇ ਵਾਸਤੇ ਨਹੀਂ ਕਰ ਰਹੀ ਹੈ, ਕੋਈ ਕੰਪੀਟੀਸ਼ਨ ਦੀ ਰੇਸ ਵਾਸਤੇ ਨਹੀਂ ਕਰ ਰਹੀ ਹੈ, ਕੋਈ ਸ਼ੋਅ ਆਫ ਵਾਸਤੇ ਨਹੀਂ ਕਰ ਰਹੀ ਹੈ, ਕੋਈ ਵਾਹ ਲੈਣ ਵਾਸਤੇ ਨਹੀਂ ਕਰ ਰਹੀ ਹੈ ਕਿ ਕੋਈ ਮੇਰੀ ਪ੍ਰੇਜ਼ ਕਰੇ। ਉਹ ਬਸ ਪੈਸ਼ਨ ਵਿੱਚ ਹੈ। ਜਦੋਂ ਅਸੀਂ ਪੈਸ਼ਨ ਵਿੱਚ ਆ ਕੇ ਹਾਊ ਟੂ ਲਿਵ ਫॉर ਅਦਰਸ, ਹਾਊ ਟੂ ਕ੍ਰੀਏਟ ਗੁੱਡ ਆਈਡੀਆਜ਼, ਹਾਊ ਟੂ ਕ੍ਰੀਏਟ ਦ ਥਿੰਗਸ, ਹਾਊ ਟੂ ਕ੍ਰੀਏਟ ਦ ਸਿਸਟਮਸ ਫॉर ਦ ਸਾਡਾ ਆਈਡੀਆ ਕੋਈ ਲਵੇ ਜਾਂ ਨਾ ਲਵੇ, ਕੋਈ ਅਪਲਾਈ ਉਹਨੂੰ ਕਰੇ ਜਾਂ ਨਾ ਕਰੇ, ਅਸੀਂ ਕੀ ਕਰਨਾ ਹੈ, ਅਸੀਂ ਸੋਚਣਾ ਹੈ ਕ੍ਰੀਏਟਿਵ। कंज्यूमर बन के वेस्टेड इंटरेस्ट तक, अपने शरीर तक महदूद नहीं रहना है।
ਜਿਹੜੇ ਦਵਾਈਆਂ ਖੋਜਦੇ ਨੇ, ਜਿਹੜੇ ਰਿਸਰਚ ਕਰਦੇ ਨੇ, ਜਿਹੜੇ ਇਲਾਜ ਖੋਜਦੇ ਨੇ, ਜਾਂ ਜਿਹੜੇ ਮੈਡੀਕਲ ਦੇ ਇੰਸਟਰੂਮੈਂਟਸ ਬਣਾਉਂਦੇ ਨੇ, ਅੱਜ ਜਿਹੜੇ ਲੋਕੀ ਘਰਾਂ 'ਚ ਬੈਠੇ ਸਨ ਔਰ ਮਾਲਾ ਫੇਰਦੇ ਰਹਿੰਦੇ ਸਨ, ਜਿਹੜੇ ਸਾਇੰਸ ਨੂੰ ਗਾਲਾਂ ਕੱਢਦੇ ਸਨ, ਅੱਜ ਉਹ ਸਾਰਿਆਂ ਦਾ ਧਿਆਨ ਇਹੀ ਪਿਆ, ਸਾਇੰਸ ਵਾਲੇ, ਮੈਡੀਕਲ ਸਾਇੰਸ ਵਾਲੇ ਰਿਸਰਚ ਕਰਨਗੇ, ਕੋਈ ਵੈਕਸੀਨੇਸ਼ਨ ਕੱਢਣਗੇ ਤਾਂ ਇਸ ਦੁਨੀਆ ਨੂੰ ਕਰੋਨਾ ਵਾਇਰਸ ਤੋਂ ਨਿਜਾਤ ਮਿਲੇਗੀ। ਹਰ ਕਿਸੇ ਦੀਆਂ ਨਜ਼ਰਾਂ ਉਹਨਾਂ ਤੇ ਹੀ ਹੈ ਨਾ। ਤਾਂ ਅਸੀਂ ਦੁਨੀਆ ਦੇ ਕਿਸੇ ਵੀ ਫੀਲਡ ਦਾ ਕੁਝ ਕ੍ਰੀਏਟਿਵ ਸੋਚੀਏ, ਆਪਣੇ ਸਰੀਰ ਦੇ ਸੈਲਫਿਸ਼ਨੈਸ ਦੇ, ਵੈਸਟਡ ਇੰਟਰਸਟ ਦੇ, ਕੰਜ਼ਿਊਮਰਿਜ਼ਮ ਵਾਲੇ ਸੋਚ ਤੋਂ ਉੱਪਰ ਉੱਠੀਏ। ਜੋ ਆਪਣੇ ਸਰੀਰ ਤੱਕ ਮਹਦੂਦ ਰਹਿੰਦੇ ਨੇ ਉਹਨੂੰ ਕਹਿੰਦੇ ਨੇ ਦੇਹ ਅਧਿਆਸੀ। ਅਸੀਂ ਦੇਹ ਅਧਿਆਸੀ ਹੋ ਜਾਂਦੇ ਹਾਂ ਜਦੋਂ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਦੋਂ ਘਰ ਆਉਂਦਾ ਹੈ, ਘਰ ਆ ਕੇ ਪੁੱਛਦਾ ਮੇਰੇ ਵਾਸਤੇ ਕੀ ਬਣਾਇਆ, ਇਹ ਕਿਉਂ ਨਹੀਂ ਬਣਾਇਆ, ਉਹ ਕਿਉਂ ਨਹੀਂ ਬਣਾਇਆ। ਫਿਰ ਮਾਂ ਪਿਓ ਨੂੰ ਪੁੱਛਦਾ ਕਿ ਮੇਰੇ ਕੱਪੜੇ ਪ੍ਰੈਸ ਕੀਤੇ ਕਿ ਨਹੀਂ ਕੀਤੇ, ਫਲਾਣੇ ਕੱਪੜੇ ਮੇਰੇ ਧੋਤੇ ਕਿ ਨਹੀਂ ਧੋਤੇ। ਫਿਰ ਉਹ ਆਪਣੀ ਸਾਰੀਆਂ ਗੱਲਾਂ ਮਨਵਾ ਕੇ ਦੇਰ ਰਾਤ ਨਾਲ ਸੋ ਕੇ ਜਾਂ ਸੋ ਕੇ ਸਵੇਰੇ ਜਲਦੀ ਉੱਠ ਕੇ ਆਪਣਾ ਬ੍ਰੇਕਫਾਸਟ ਜਾਂ ਆਪਣੇ ਜਾਣ ਦੇ ਹਿਸਾਬ ਦੇ ਨਾਲ ਰਹਿੰਦਾ ਹੈ। ਉਹ ਘਰ ਦੇ ਕੰਮਾਂ ਵਾਸਤੇ ਜਰਾ ਵੀ ਧਿਆਨ ਹੀ ਨਹੀਂ ਕਰਦਾ। ਉਹਨੂੰ ਸਿਰਫ ਤੇ ਸਿਰਫ ਸਾਰਾ ਦਿਮਾਗ ਮੇਰੇ ਕੰਮ, ਇਹਦੀ ਸਾਰੀ ਇੰਪੋਰਟੈਂਸ ਹੈ, ਮੇਰਾ ਸਰੀਰ ਪਾਲਿਆ ਜਾਏ, ਮੇਰੇ ਕੰਮਾਂ ਨੂੰ ਹੀ ਇੰਪੋਰਟੈਂਸ ਦਿੱਤੀ ਜਾਏ, ਇਸ ਕਿਸਮ ਦੀ ਉਹਨਾਂ ਦੀ ਫੀਲਿੰਗ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਅਸੀਂ ਸਾਰੇ ਉਮਰ ਦੇ ਜਿਸ ਮਰਜ਼ੀ ਪੜਾਅ ਤੇ ਆ, ਅਸੀਂ ਸਾਰੇ ਸੈਲਫਿਸ਼ ਹਾਂ, ਖੁਦਗਰਜ਼ ਹਾਂ। ਕੰਜ਼ਿਊਮਰਿਜ਼ਮ ਇਸੇ ਨੂੰ ਕਹਿੰਦੇ ਨੇ। ਇਹਦੇ ਬਦਲੇ ਅਸੀਂ ਕੈਪੀਟਲ ਸੀ ਬਣਨਾ ਹੈ, ਕ੍ਰੀਏਟਿਵ। ਸੋ ਜਿਨ੍ਹਾਂ ਨੂੰ ਸਟ੍ਰੈਸ ਸਤਾ ਰਿਹਾ ਹੈ, ਜਿਨ੍ਹਾਂ ਨੂੰ ਫੀਅਰ ਆਫ ਡੈਥ ਸਤਾ ਰਿਹਾ ਹੈ, ਜਿਨ੍ਹਾਂ ਨੂੰ ਅਨਸਰਟੇਨਟੀ ਸਤਾ ਰਹੀ ਹੈ, ਉਹ ਅਨਸਰਟੇਨਟੀ ਦੇ ਕਾਰਨ ਜੋ ਕੁਝ ਆਡਸ ਵਾਪਰਨਗੇ ਉਹਨਾਂ ਦਾ ਸੋਲੂਸ਼ਨ ਲੱਭਣਾ ਸ਼ੁਰੂ ਕਰ ਦੇਣ ਔਰ ਕੁਦਰਤ ਦਾ ਨਿਯਮ ਸਮਝ ਲੈਣ ਕਿ ਡੈਥ ਤਾਂ ਇੱਕ ਦਿਨ ਹੋਣੀ ਹੀ ਹੈ। ਫਿਰ ਮੈਂ ਮਰਨ ਤੋਂ ਪਹਿਲਾਂ ਕਿਉਂ ਅੰਦਰ ਬੈਠਾ ਬੈਠਾ ਮਰ ਜਾਵਾਂ, ਫਿਰ ਮੈਂ ਕੁਝ ਭਲਾ ਕਰਕੇ ਕਿਉਂ ਨਾ ਮਰਾਂ। ਬਸ ਇਸ ਤਰ੍ਹਾਂ ਸਾਨੂੰ ਨਾ ਬੈਲੈਂਸ ਵੀ ਆ ਜਾਏਗਾ, ਅਸੀਂ ਕਾਮ ਵੀ ਹੋ ਜਾਵਾਂਗੇ ਔਰ ਅਸੀਂ ਡਰਾਂਗੇ ਵੀ ਨਹੀਂ। ਕੁਦਰਤ ਦੇ ਨਿਯਮਾਂ ਨੂੰ ਸਮਝਾਂਗੇ ਔਰ ਕੁਦਰਤ ਦੇ ਨਿਯਮਾਂ ਨੂੰ ਲਾਗੂ ਕਰਕੇ ਜਾਂ ਉਹਨਾਂ ਨੂੰ ਸਮਝ ਕੇ ਅਸੀਂ ਆਪਣਾ ਸਮਾਜ, ਆਪਣੀ ਨਵੀਂ ਦੁਨੀਆ ਬਣਾਵਾਂਗੇ। ਫਿਰ ਸਾਨੂੰ ਫੀਅਰ ਆਫ ਡੈਥ, ਅਨਸਰਟੇਨਟੀ ਦਾ ਫੀਅਰ और नेगेटिव स्ट्रेस नहीं सताएगा। आई होप दीज टिप्स कैन वर्क। मनु लगता है कि असी इस तरह सोचेंगे सानू फायदा हो।